ਜਿਹਦੇ ਵਿੱਚ 5 ਕਰੋੜ ਰੁਪਇਆ ਰਿਕਵਰ ਹੋ ਗਿਆ ਸੀ। ਉਸੇ ਇਨਵੈਸਟੀਗੇਸ਼ਨ ਦੇ ਵਿੱਚੋਂ ਜਿਹੜਾ ਮੇਨ ਅਕਿਊਜ਼ਡ ਹੈ ਮਨਜਿੰਦਰ ਸਿੰਘ ਮਨੀ, ਉਹਦੀ ਹੋਰ ਸਸਟੇਨ ਇੰਟੈਰੋਗੇਸ਼ਨ ਹੋਈ। ਉਸ ਇੰਟੈਰੋਗੇਸ਼ਨ ਦੇ ਵਿੱਚ ਉਹਦੇ ਘਰ ਦੇ ਵਿੱਚ ਸੈਪਟਿਕ ਟੈਂਕ ਹੈ ਜਿਹੜਾ ਹੁੰਦਾ, ਉਹਦੇ ਵਿੱਚ ਇੱਟ ਨਾਲ ਬੰਨ੍ਹ ਕੇ ਲਿਫਾਫੇ ਪੋਲੀਥੀਨ ਦੇ ਵਿੱਚ 50 ਲੱਖ ਰੁਪਇਆ ਜਿਹੜਾ ਅਸੀਂ ਉਹਦੇ 'ਚੋਂ ਰਿਕਵਰ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ, ਉਹਦੇ ਘਰ ਦੇ ਵਿੱਚ ਸੀਗਾ। ਇਸ ਤੋਂ ਇਲਾਵਾ ਜਿਹੜਾ ਕੱਲ੍ਹ ਇੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਪਤਾ ਲੱਗਿਆ ਸੀ, ਜਿਹੜਾ 6th ਅਕਿਊਜ਼ਡ ਫੜ ਲਿਆ ਸੀਗਾ, ਉਹਦਾ ਨਾਂ ਹੈਗਾ ਨਰਿੰਦਰ ਉਰਫ ਹੈਪੀ, ਅਤੇ ਉਹਦੇ ਤੋਂ ਜਿਹੜਾ 25 ਲੱਖ ਰੁਪਇਆ ਦੇ ਕਰੀਬ ਰਿਕਵਰ ਹੋ ਗਿਆ। ਅਤੇ ਇਹ ਟੋਟਲ ਜਿਹੜਾ 75 ਲੱਖ ਰੁਪਇਆ ਹੁਣ ਇਹ ਹੋ ਗਿਆ ਟੋਟਲ ਇਸ ਕੇਸ ਦੇ ਵਿੱਚ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ 5 ਕਰੋੜ 75 ਲੱਖ ਰੁਪਇਆ ਰਿਕਵਰ ਹੋ ਗਿਆ। ਬਾਕੀ ਸਾਡੀਆਂ ਜਿਹੜੀਆਂ ਪੁਲਿਸ ਪਾਰਟੀਜ਼ ਆ, ਜਿਹੜੀ ਮੁੱਖ ਮੁਲਜ਼ਮ ਜਾਂ ਕਹਿ ਦਿਓ ਜਿਹੜੀ ਮੇਨ ਮੁੱਖ ਮੁਲਜ਼ਮਾਂ 'ਚੋਂ ਜਿਹੜੀ ਇੱਕ ਮੁਲਜ਼ਮ ਹੈ, ਉਹਨੂੰ ਫੜਨ ਲਈ ਰਾਜਸਥਾਨ, ਮਹਾਰਾਸ਼ਟਰ ਅਤੇ ਹਿਮਾਚਲ ਵੱਖ-ਵੱਖ ਜਿਹੜੇ ਉਹਦੇ ਕਲਿਊ ਮੂਵਮੈਂਟਸ ਬਾਰੇ ਹੈ ਜਿੱਥੇ ਲੱਗੇ ਹੋਏ ਆ, ਸਾਡੀਆਂ ਟੀਮਸ ਆ ਜਿਹੜੀਆਂ ਸਾਰੀਆਂ ਉਹਦੇ ਵਿੱਚ ਉਹਨੂੰ ਇੱਕ ਕੋਈ ਇਹ ਵੀ ਇਨਫੋਰਮੇਸ਼ਨ ਹੈ ਵੀ ਡਾਊਨ ਸਾਊਥ ਸ਼ਾਇਦ ਉਹ ਚਲੇ ਗਏ ਆ, ਉਹ ਅਸੀਂ ਆਪਦੀ ਟੀਮ ਨੂੰ ਉੱਥੇ ਵੀ ਅਸੀਂ ਭੇਜਤਾ। ਅਸੀਂ ਉਹਨਾਂ ਨੂੰ ਕਿਉਂਕਿ ਬੜੇ ਸ਼ਾਤਰ ਹੈ ਅਤੇ ਆਪਦੇ ਯਾਨੀ ਉਹ ਡੋਜ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਬਾਹਰ LOC ਜਾਰੀ ਹੋਈ ਵੀ ਆ, ਬਾਹਰ ਨਹੀਂ ਭੱਜ ਸਕਦੇ, ਬਟ ਇਹਦੇ ਵਿੱਚੋਂ ਹੁਣ ਵੱਖ-ਵੱਖ ਸਾਡੀ ਜਿਹੜੀ ਹਿਊਮਨ ਇੰਟੈਲੀਜੈਂਸ ਦੇ ਮੁਤਾਬਕ ਇੱਕ ਇੰਟੈਲੀਜੈਂਸ ਆ ਵੀ ਸਾਊਥ ਦੇ ਵਿੱਚ ਹੈ ਕਿਤੇ, ਬਟ ਉਹ ਵੀ ਅਸੀਂ ਆਪਦਾ ਉਹਨੂੰ ਡਿਵੈਲਪ ਕਰ ਰਹੇ ਹਾਂ। ਅਤੇ ਉਸ ਤੋਂ ਇਲਾਵਾ ਜਿਹੜੀਆਂ ਦੂਜੀਆਂ ਇਨਫੋਰਮੇਸ਼ਨਸ ਆ ਉਹਨੂੰ ਵੀ ਡਿਵੈਲਪ ਕਰ ਲਏ ਆ। ਪਰ ਅਕਿਊਜ਼ਡ ਜਿੰਨਾ ਮਰਜ਼ੀ ਚਲਾਕ ਹੋਵੇ, ਚੁਸਤ ਹੋਵੇ, ਅਸੀਂ ਇਹਨੂੰ ਫੜ ਲੈਣਾ। ਇਹਨੂੰ ਪੂਰਾ ਜ਼ੋਰ ਲਾਇਆ ਹੋਇਆ ਅਤੇ ਫੜ ਕੇ ਇੱਥੋਂ ਲਿਆ ਕੇ ਅਤੇ ਉਹਨਾਂ ਤੋਂ ਵੀ ਰਿਕਵਰੀ ਕਰਕੇ ਇੱਥੇ ਤੇ ਤੁਹਾਨੂੰ ਦੱਸਾਂਗੇ ਵੀ ਅਸੀਂ ਉਹਦੇ 'ਚ ਉਹਨੂੰ ਹੋਣਾ। ਬਟ ਸਾਡੀਆਂ ਟੀਮਸ ਔਨ ਵਰਕ ਕਰ ਰਹੀਆਂ। ਤੁਹਾਡਾ ਕੋਈ ਸਵਾਲ ਹੈ ਪਲੀਜ਼ ਉਹਦੇ 'ਚੋਂ। ਜਿਹੜੀ 5 ਮੈਂਬਰੀ ਟੀਮ ਬਣਾਈ ਸੀਗੀ ਉਹਦਾ ਫਰਦਰ ਅਮਾਊਂਟ? ਹਾਂ, ਜਿਹੜੀ 5 ਮੈਂਬਰੀ ਟੀਮ ਬਣਾਈ ਸੀ ਉਹਦੇ 'ਚ ਵਿੱਚੋਂ ਲਗਭਗ ਆਪਣੇ 3 ਆਫਿਸਰਸ ਤਾਂ ਉਸ ਟੀਮ ਦੇ ਵਿੱਚੋਂ ਇੱਥੇ ਹੀ ਬੈਠੇ ਆ, ਅਤੇ ਉਹ ਅਸੀਂ ਉਹਨਾਂ ਨੂੰ ਜਿਹੜੇ ਇੱਕ ਲੈਟਰ ਲਿਖਤੀ ਹੈ ਉਹਦੇ ਵਿੱਚੋਂ ਵੀ ਤੁਸੀਂ ਸਾਨੂੰ ਲਿਖ ਕੇ ਆਪਦਾ ਹਿਸਾਬ ਕਿਤਾਬ ਕਲੀਅਰ ਕਰੋ, ਕਿਉਂਕਿ ਇਹ ਜਿਹੜੀ ਹੁੰਦਾ ਜਿਹੜੀ ਕੰਪਨੀ ਪ੍ਰਾਈਵੇਟ ਹੁੰਦੀ ਹੈ, ਇਹਦੇ 'ਚ ਕੋਈ ਇਸ ਢੰਗ ਦਾ ਬਿਜ਼ਨਸ ਨਹੀਂ ਹੁੰਦਾ ਵੀ ਜਿਹਦਾ ਹਿਸਾਬ ਕਿਤਾਬ ਨਾ ਰੱਖਿਆ ਜਾਵੇ। ਕਿਉਂਕਿ ਜੇ ਕੈਸ਼ ਇਨ ਐਂਡ ਆਊਟ ਦਾ ਪ੍ਰੋਪਰ ਪ੍ਰੋਸੀਜਰ ਹੈ, ਉਹ ਸਾਨੂੰ ਉਹਨਾਂ ਨੂੰ ਅਸੀਂ ਕਿਹਾ ਸੋ ਦੈਟ ਕਿ ਅਸੀਂ ਇਨ ਮੇਨ ਟਾਈਮ ਡਾਕੂਮੈਂਟੇਸ਼ਨ ਵੀ ਪ੍ਰੋਪਰ ਕਰ ਲਈਏ। ਉਹਨਾਂ ਨੂੰ ਅਸੀਂ ਲੈਟਰ ਲਿਖਤੀ ਹੈ, ਉਹਨਾਂ ਨੂੰ ਅਸੀਂ 2 ਦਿਨ ਦਾ ਟਾਈਮ ਦਿੱਤਾ। ਇੱਕ ਕੱਲ੍ਹ ਦਾ ਦਿਨ ਪੂਰਾ ਲੰਘ ਗਿਆ ਅਤੇ ਅੱਜ ਸ਼ਾਮ ਤੱਕ ਦਾ ਅਸੀਂ ਉਹਨਾਂ ਨੂੰ ਟਾਈਮ ਦਿੱਤਾ ਵੀ ਤੁਸੀਂ ਸਾਨੂੰ ਰਿਟਨ ਰਿਕਾਰਡ ਦਿਓ ਸੋ ਦੈਟ ਕਿ ਕੰਪਨੀ ਵੱਲੋਂ ਪ੍ਰੋਪਰਲੀ ਸਾਡੇ ਕੋਲੇ ਸਾਰੀ ਸਟੇਟਮੈਂਟ ਅਤੇ ਉਹ ਦੇ ਵਿਲ ਐਕਸਪਲੇਨ ਕਿ ਕਿੱਥੋਂ ਕੈਸ਼ ਕਿਵੇਂ ਆਇਆ ਸੀ ਅਤੇ ਕਿੱਥੇ ਪਿਆ ਸੀਗਾ। ਚਲੋ ਰੋਪੀ ਕੀ ਕਰਦਾ ਸੀਗਾ ਤੇ ਕਿਹੜੀ ਜਗ੍ਹਾ ਤੋਂ ਕਿਹੜਾ ਫੜਿਆ ਗਿਆ? ਇਹ ਜਿਹੜਾ ਇਹਦੇ 'ਚ ਲਗਭਗ ਲੇਬਰ ਟਾਈਪ ਦਾ ਹੀ ਇਹਦੇ 'ਚ ਕੰਮ ਕਰਦਾ ਸੀ, ਅਤੇ ਜਿਹੜਾ ਇਹਨਾਂ ਦੇ ਵਿੱਚ ਇਸ ਗਰੁੱਪ ਦੇ ਵਿੱਚ ਸ਼ਾਮਲ ਹੋਇਆ ਅਤੇ ਉਹਦੇ ਵਿੱਚੋਂ ਮੈਂ ਇੱਕ ਤੁਹਾਡੇ ਨਾਲ ਵੀਡੀਓ ਸਾਂਝੀ ਕਰੂੰਗਾ। ਉਹਦੇ ਵਿੱਚ ਤੁਹਾਨੂੰ ਇਹਦੇ 'ਚ DPRO ਸਾਹਿਬ ਦਾ ਹੈਗਾ ਕੋਈ ਨਹੀਂ, ਉਹਨੂੰ ਮੈਂ DPRO ਸਾਹਿਬ ਨੂੰ ਰਿਕੁਐਸਟ ਕਰਕੇ ਇੱਕ ਛੋਟੀ ਜਿਹੀ ਵੀਡੀਓ ਕਰੂੰਗਾ। ਉਹਦੇ ਵਿੱਚ ਜਿੱਥੋਂ ਅਸੀਂ ਉਹਦੇ ਸੈਪਟਿਕ ਟੈਂਕ ਦੇ ਵਿੱਚੋਂ ਉੱਥੇ ਉਹ ਵੀਡੀਓ ਬਣਾਈ ਸੀ ਵੀ ਸੈਪਟਿਕ ਟੈਂਕ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ, ਮਤਲਬ ਆਪਦੇ ਯਾਨੀ ਇਹਨਾਂ ਦਾ ਇਹ ਸੀ ਜਿਵੇਂ ਤੁਸੀਂ ਕਹਿੰਦੇ ਨਾ ਅਕਿਊਜ਼ਡ ਜਿਹੜੇ ਕਈ ਸਿੰਪਲ ਲੱਗਦੇ ਆ ਤੇ ਜਿਹੜੀ ਪਲੈਨਿੰਗ ਕਰਦੇ ਆ। ਇਨੀਸ਼ੀਅਲ ਸਟੇਜ ਦੇ ਵਿੱਚ 1 ਕਰੋੜ ਰਿਕਵਰ ਹੋਇਆ ਤੇ ਇਹਨੂੰ ਦੁਬਾਰਾ ਜਦੋਂ ਸਸਟੇਨ ਇੰਟੈਰੋਗੇਸ਼ਨ ਹੋਈ ਤੇ ਇਹ ਕਹਿੰਦਾ ਸੀ, ਮੈਂ ਕਿਹਾ ਵੀ ਸ਼ਾਇਦ ਇੰਨੇ ਦੇ ਕੇ ਹੀ ਸਰ ਜੂਗਾ, ਤੇ ਇਹਨੂੰ ਉਹਦੇ ਵਿੱਚ ਸਾਡੀ ਜਿਹੜੀ ਹੈਗਾ ਵੀ ਉਹਦੇ ਚੋਂ ਇਹਦੇ ਤੋਂ 50 ਲੱਖ ਰੁਪਇਆ ਹੋਰ, ਮਤਲਬ ਜਿਹੜਾ ਬੈਂਕ ਦੇ ਵਿੱਚ ਕੰਮ ਕਰਦਾ ਸੀ ਉਹਦੇ ਤੋਂ 1.5 ਕਰੋੜ ਰੁਪਇਆ ਇਕੱਲੇ ਉਹਦੇ ਤੋਂ ਹੀ ਲਗਭਗ 1.5 ਕਰੋੜ ਰੁਪਇਆ ਉਹਦੇ ਤੋਂ ਅਸੀਂ ਰਿਕਵਰ ਕਰਨ 'ਚ ਕਾਮਯਾਬ ਹੋਏ। ਉਹਦੇ ਤੋਂ 25 ਲੱਖ ਰੁਪਇਆ ਜਿਹੜੇ ਤਕਰੀਬਨ ਜਿੰਨੇ ਵੀ ਬਾਕੀ ਆ, ਜਿਵੇਂ ਇਹਦੇ ਵਿੱਚੋਂ ਪਹਿਲਾਂ ਪਰਮਜੀਤ ਪੰਮਾ ਫੜਿਆ ਉਹਦੇ ਤੋਂ ਵੀ 25 ਲੱਖ ਰੁਪਇਆ ਮਿਲਿਆ। ਹਰਪ੍ਰੀਤ ਹੈ ਜਿਹੜਾ ਉਹਦੇ ਤੋਂ ਵੀ 25 ਲੱਖ ਰੁਪਏ ਦਾ ਕਰੀਬ ਹੋਇਆ, ਤੇ ਫਿਰ ਉਹਦੇ ਚੋਂ ਨਰਿੰਦਰ ਹੈਪੀ ਆ ਉਹਦੇ ਤੋਂ ਵੀ 25, ਮਤਲਬ ਇਹਨਾਂ ਦਾ ਲਗਭਗ ਦਾ ਸ਼ੇਅਰ ਜਿਹੜਾ
ਨਹੀਂ ਇਹਦੇ ਵਿੱਚੋਂ ਇਹਨਾਂ ਨੇ ਇਹਨੇ ਤਾਂ ਇੱਕ ਇਹ ਕਹਿਤਾ ਸੀ ਵੀ ਮੈਂ ਕਾਰ ਲੈਣੀ ਹੈ। ਜਿਹੜਾ ਉਹਨੇ ਇਹਦੇ ਚੋਂ ਹੈਗਾ ਮਨਜਿੰਦਰ ਮਣੀ ਨੇ ਤਾਂ ਇਹ ਗੱਲ ਆਪਦੀ ਉਹਨਾਂ ਨੂੰ ਉਹਦੇ 'ਚ ਕਿਹਾ ਸੀ ਮੈਂ ਕਾਰ ਜਲਦੀ ਲੈ ਰਿਹਾ। ਅਸਲ ਦੇ ਵਿੱਚ ਇਹਨਾਂ ਨੂੰ ਆਪਣੀ ਡਕੈਤੀ ਕਰਨ ਤੋਂ ਬਾਅਦ ਇਹ ਸਮਝ ਹੀ ਨਹੀਂ ਆ ਰਿਹਾ ਸੀ ਪੈਸੇ ਨੂੰ ਕਿੱਥੇ ਫਸਟ ਕੇਸ ਹੋਊਗਾ ਮੈਨੂੰ ਲੱਗਦਾ ਜਿਹੜਾ ਹਾਈਟ ਆਫ ਫੁਲਿਸ਼ਨੈਸ ਹੈ ਵੀ ਉਹਦੇ ਵਿੱਚੋਂ ਇੱਟ ਨਾਲ ਬੰਨ੍ਹ ਕੇ ਉਹਨੂੰ ਤੇ ਉਹਦੇ ਸੈਪਟਿਕ ਟੈਂਕ ਦੇ ਵਿੱਚ ਸਿਵਰ ਦੇ ਵਿੱਚ ਉਹਨੂੰ ਈਵਨ ਉਹ ਜਦੋਂ ਅਸੀਂ ਕੱਢੇ ਆ ਉਹ ਤੁਸੀਂ ਤੁਹਾਨੂੰ ਵੀਡੀਓ ਤੋਂ ਕਲੀਅਰ ਹੋ ਜਾਊਗਾ ਕੁਛ ਕੋ ਨੋਟ ਖਿੱਲਰ ਗਏ ਤੇ ਉਹ ਗਿੱਲੇ ਤੋਂ ਉਹਨਾਂ ਨੂੰ ਉਹਦੇ ਵਿੱਚ ਇੰਨੀ ਜ਼ਿਆਦਾ ਉਹ ਕਰ ਰਿਹਾ ਸੀ ਉਹਦੇ ਵਿੱਚੋਂ ਹੀ ਆ ਪਾਰਟ ਆ ਜਿਹੜੇ ਕੁਛ ਕੁ ਨੋਟ ਹੋਣੇ ਆ ਤੇ ਉਹ ਉਹਦੇ 'ਚ ਉਹਨੂੰ ਸੁਕਾਇਆ ਫਿਰ ਉਹਦੇ ਵਿੱਚੋਂ ਉਹਨੂੰ ਕਰਕੇ ਤੇ ਉਹ ਸੈਪਟਿਕ ਟੈਂਕ ਦੇ ਵਿੱਚ ਰੱਖਿਆ ਤੇ ਜਿਹੜਾ ਦੂਜਾ ਹੈਗਾ ਉਹਦੇ ਤੋਂ ਜਿਹੜਾ ਹੈਗਾ ਨਰਿੰਦਰ ਹੈਪੀ ਹੈ ਉਹਦੇ ਵਿੱਚੋਂ ਜਿਹੜੇ 25 ਲੱਖ ਰੁਪਇਆ ਰਿਕਵਰ ਹੋਇਆ ਉਹ ਘਰ ਦੇ ਸਾਹਮਣੇ ਦੱਬ ਕੇ ਰੱਖਿਆ ਹੋਇਆ। ਉਹਦੇ ਘਰ ਦੇ ਸਾਹਮਣੇ ਇੱਕ ਪਲਾਟ ਹੈ ਤੇ ਉਹਦੇ ਵਿੱਚ ਦੱਬ ਕੇ ਰੱਖਿਆ ਹੋਇਆ। ਮੈਨੂੰ ਲੱਗਦਾ ਜੇ 10 ਕੁ ਦਿਨ ਇਹਨਾਂ ਦਾ ਊਂ ਭੱਜਣਾ ਸ਼ੁਰੂ ਹੋ ਜਾਂਦਾ ਸ਼ਾਇਦ ਸਿਉਂਕ ਲੱਗ ਕੇ ਹੀ ਖਰਾਬ ਹੋ ਜਾਂਦੇ। ਇਹਨਾਂ ਨੂੰ ਸਮਝ ਨਹੀਂ ਆਉਂਦੀ ਡਾਕਾ ਮਾਰ ਬੈਠੇ ਵੱਡਾ ਤੇ ਪਲੈਨਿੰਗ ਇਹਨਾਂ ਦੀ ਜ਼ਬਰਦਸਤ ਸੀ ਪਰ ਇਹਨਾਂ ਨੂੰ ਪੈਸਾ ਕਿਵੇਂ ਸਾਂਭਣਾ ਉਹ ਕੋਈ ਸਲਾਹਕਾਰ ਇਹਨਾਂ ਕੋਲ ਅੱਛਾ ਹੈ ਨਹੀਂ ਸੀਗਾ ਜਿਹੜਾ ਉਹਨੂੰ ਨਹੀਂ ਜੀ ਇਹ ਤਾਂ ਪਹਿਲਾਂ ਹੀ ਆਪਾਂ ਜਿਹੜਾ ਮੇਨ ਨਹੀਂ ਇਹ ਜਿਹੜਾ ਛੇਵਾਂ ਵਿਅਕਤੀ ਹੈ ਨਰਿੰਦਰ ਉਰਫ ਹੈਪੀ ਹੈ ਇਹ ਕੋਠੇ ਹਰੀ ਸਿੰਘ PS ਜਗਰਾਉਂ ਤੋਂ ਅਸੀਂ ਫੜਿਆ ਤੇ ਉਹਦੇ ਘਰ ਦੇ ਸਾਹਮਣੇ ਇੱਕ ਖਾਲੀ ਪਲਾਟ ਸੀ ਜਿਹਦੇ ਵਿੱਚ ਉਹ ਪੈਸੇ ਦੱਬ ਕੇ ਉਹਨੇ ਰੱਖਿਆ ਹੋਇਆ। ਹਾਂਜੀ ਨਹੀਂ ਹਜੇ ਵੈਰੀਫਾਈ ਕਰ ਰਹੇ ਆ ਹਜੇ ਤੱਕ ਜਿਹੜੀ ਸਭ ਤੋਂ ਇਹ ਵਿਲੱਖਣ ਟਾਈਪ ਦਾ ਕੇਸ ਤਾਂ ਆਇਆ ਵੀ ਇਹਨਾਂ ਤੋਂ ਕਿਸੇ ਦਾ ਵੀ ਕ੍ਰਿਮੀਨਲ ਪਾਸਟ ਨਹੀਂਗਾ ਅਜੇ ਤੱਕ ਜਿਹੜਾ ਉਹਦੇ ਕੰਪਨੀ ਵੱਲੋਂ ਤੁਸੀਂ ਕਹਿ ਰਹੇ ਹਾਲੇ ਤੱਕ ਕੋਈ ਅਮਾਉਂਟ ਨਹੀਂ ਸਾਨੂੰ ਪ੍ਰੋਪਰ ਜਿਹੜੀ ਫਿਗਰ ਨਹੀਂ ਪਤਾ ਲੱਗੀ ਤੇ ਅਸਲੇ ਨਹੀਂ ਤੱਕ ਕੁਝ ਪਤਾ ਲੱਗੀ ਵੀ ਨਹੀਂ ਕੰਪਨੀ ਵਾਲੀ ਜਿਹੜੀ ਗੱਲ ਆ ਉਹਦੇ ਵਿੱਚ ਉਹਨੂੰ ਜਿਵੇਂ ਤੁਹਾਨੂੰ ਦੱਸਿਆ ਵੀ ਉਹਨਾਂ ਤੋਂ ਅਸੀਂ ਇਨਫੋਰਮੇਸ਼ਨ ਮੰਗੀ ਜਿਹੜੀ ਉਹਨਾਂ ਨੇ ਦਿੱਤੀ ਇਨਫੋਰਮੇਸ਼ਨ ਉਹ ਤਾਂ ਅਸੀਂ ਪਰਚਾ ਦਰਜ ਕਰਤਾ ਕਿਉਂਕਿ ਸਟੇਟਮੈਂਟ ਹੈ ਨਾ ਉਹਨਾਂ ਦੀ ਜਿਹੜੀ ਉਹ ਇੱਕ ਸਟੇਟਮੈਂਟ ਤਾਂ ਹੈਗਾ ਜਸਟ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹਨਾਂ ਨੂੰ ਕਿਹਾ ਇਹ ਕਲੀਅਰ ਕਰਕੇ ਦੱਸੋ ਜਿਹੜਾ ਤੁਸੀਂ ਅਮਾਉਂਟ ਕਹਿੰਦੇ ਹੋ ਕਿੱਥੋਂ ਆਇਆ ਕਿਵੇਂ ਆਇਆ ਉਹਦੀ ਡਿਟੇਲ ਸਟੇਟਮੈਂਟ ਦਿਓ ਜਿਵੇਂ ਆਪਾਂ ਆਡਿਟ ਹੁੰਦਾ ਨਾ ਹੁਣ ਆਡਿਟ ਸਟੇਟਮੈਂਟ ਅਸੀਂ ਉਹਨੂੰ ਮੰਗੀ ਹੈ ਸਾਡੇ ਆਫਿਸਰ ਨੇ ਉਹ ਅਮਾਉਂਟ ਦੱਸ ਰਹੇ ਕਿੰਨੇ ਦੀ ਪਹੁੰਚੀ ਹੈ ਪੁਲਿਸ ਹਾਂਜੀ ਫੜਨ ਦੇ ਵਿੱਚ ਜਿਹੜਾ ਤੁਸੀਂ ਨਾਮ ਵਿੱਚ ਨਹੀਂ ਉਹਦੇ 'ਚ ਨਾ ਜੀ ਨਾਂ ਦੀ ਵੀ ਐਵੇਂ ਗੱਲ ਹੈ ਅਸਲ ਦੇ ਵਿੱਚ ਇਹਦੀ ਫਰੈਂਡਸ਼ਿਪ ਸੀਗੀ ਮਨਜਿੰਦਰ ਮਣੀ ਦੇ ਨਾਲ ਤੇ ਇਹ ਉਹ ਜਿਹੜੀ ਪੁਰਾਣੀ ਫਿਲਮਾਂ ਦੇ ਵਿੱਚ ਤੁਸੀਂ ਅਜੀਤ ਦਾ ਕਰੈਕਟਰ ਦੇਖਿਆ ਹੋਣਾ ਤੇ ਉਹਦੇ ਵਿੱਚ ਇੱਕ ਮੋਨਾ ਕਰੈਕਟਰ ਹੁੰਦਾ ਸੀ ਤੇ ਇਹਨੇ ਇਹ ਲਫ਼ਜ਼ ਯੂਜ਼ ਕੀਤਾ ਸੀਗਾ ਵੀ ਉਹ ਆ ਗਈ ਜਦੋਂ ਬਾਕੀ ਸੀ ਤੇ ਮੋਨਾ ਹੋਣੀ ਜਦੋਂ ਪਹਿਲਾਂ ਮੀਟਿੰਗ ਪਲਾਨ ਕਰ ਰਹੇ ਸੀ ਮੋਨਾ ਬਾਅਦ ਦੇ ਵਿੱਚ ਆਈ ਸੀ ਤੇ ਇਹਨੇ ਕਿਹਾ ਸੀ ਵੀ ਉਹ ਆ ਗਈ ਸੁੰਦਰੀ ਮੋਨਾ ਆ ਰਹੀ ਹੈ ਵੀ ਉਹਨੂੰ ਬੁਲਾ ਲਓ ਅੰਦਰ ਤੇ ਜਦੋਂ ਬੈਠ ਕੇ ਗੱਲ ਹੋਈ ਐਕਚੁਅਲੀ ਇਹਨਾਂ ਦੇ ਦਿੱਤੇ ਹੋਏ ਲਫ਼ਜ਼ ਆ ਸਾਡੇ ਕੁਛ ਨਹੀਂਗਾ ਕਿੱਥੇ ਤੱਕ ਸਰ ਪੁਲਿਸ ਨੂੰ ਮਿਲਿਆ ਕਲੂਜ਼ ਉਹਦੇ ਕਲੂਜ਼ ਦੇਖੋ ਜੀ ਸਾਡੀ ਹੁਣ ਫਿਲਹਾਲ ਤਾਂ ਇਹੀ ਕਹਿ ਸਕਦੇ ਹਾਂ ਡਾਊਨ ਸਾਊਥ ਸਾਡੀ ਟੀਮ ਜਾ ਚੁੱਕੀ ਹੈ ਉਹਦੇ ਵਿੱਚ ਹੋਰ ਕੁਝ ਪਲੇਸਿਸ ਹੈਗੀਆਂ 4-5 ਟੀਮਸ ਸਾਡੀਆਂ ਇਹ ਮੈਂ ਇੰਨਾ ਕਹਿ ਸਕਦਾ 4-5 ਟੀਮਸ ਆਊਟ ਆਫ ਪੰਜਾਬ ਹੁਣ ਇਸ ਕੇਸ ਦੇ ਅਸੀਂ ਵਰਕ ਕਰ ਰਹੇ ਹਾਂ ਤੇ ਛੇਤੀ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਨਹੀਂ ਇਹ ਹਜੇ ਤੱਕ ਜਿਹੜੀ ਸਾਡੀ ਸਮਝ ਮੁਤਾਬਕ ਇਹ ਆ ਵੀ ਉਦੋਂ ਪਹਿਲਾਂ ਨਿਕਲ ਗਏ ਹੁਣ ਤਾਂ ਗੱਲ ਮੈਂ ਕਹਿ ਨਹੀਂ ਸਕਦਾ 2 ਦਿਨ ਦੇ ਵਿੱਚ ਬਟ ਇਹਦੇ ਵਿੱਚ ਜਿਹੜੀ ਇਨੀਸ਼ੀਅਲ ਜਿਹੜੀ ਸਾਡੇ ਕੋਲੇ ਇਨਫੋਰਮੇਸ਼ਨ ਆ ਉਹਦੇ ਵਿੱਚ ਇਹ ਆ ਵੀ LOC ਜਾਰੀ ਹੋਣ ਤੋਂ ਬਾਅਦ ਤੇ ਕਿਤੇ ਨਾ ਕਿਤੇ ਉਹ ਕਨੈਕਟ ਵੀ ਕੋਸ਼ਿਸ਼ ਕਰ ਰਹੇ ਵੀ ਪਤਾ ਲੱਗ ਜੇ ਬਾਕੀ ਸਾਥੀਆਂ ਦਾ ਕੀ ਹੋਇਆ ਤਾਂ ਜੇ ਉਹਨਾਂ ਨੂੰ ਪਤਾ ਲੱਗ ਜੂਗਾ ਦੇ ਵਿਲ ਨਾਟ ਅਟੈਂਪਟ ਕੇ ਬਾਹਰ 에ਅਰਪੋਰਟ ਤੇ ਜਾਵਾਂਗੇ ਪਰ ਹਿੰਦੁਸਤਾਨ 'ਚ ਕਿਤੇ ਵੀ ਹੋਇਆ ਸਾਨੂੰ ਖੁੱਡਾਂ 'ਚ ਪਾਣੀ ਪਾ ਕੇ ਇਹ ਮੁਲਜ਼ਮਾਂ ਨੂੰ ਚੂਹਿਆਂ ਵਾਂਗੂ ਬਾਹਰ ਕੱਢਣਾ ਸਾਨੂੰ ਤਰੀਕਾ ਲੁਧਿਆਣਾ ਪੁਲਿਸ ਨੂੰ ਆਉਂਦਾ ਉਵੇਂ ਫੜ ਕੇ ਅਸੀਂ ਖੁੱਡਾਂ 'ਚੋਂ ਕੱਢ ਕੇ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਾਂਗੇ ਉਹ 5 DVR ਆ ਉਹ ਲੇਡੀ ਦੇ ਕੋਲੇ ਆ ਉਹਦੇ ਵਿੱਚੋਂ ਹੀ ਉਹਨੇ ਕਿੱਥੇ ਰੱਖੇ ਵੇ ਆ ਉਹਦੇ ਫੜੇ ਜਾਣ ਤੋਂ ਬਾਅਦ ਪਰ ਦੂਜੀ ਗੱਲ ਇਹ DVR ਜੇ ਮਿਲ ਵੀ ਜਾਊਗਾ ਸ਼ਾਇਦ ਜਦੋਂ ਇਹਨਾਂ ਨੇ ਕੱਟਤੀ ਤਾਰ ਜਾਂ ਹੋਰ ਕਰਤੀ ਉਹ ਕੁਐਸਚਨ ਹੈ ਵੀ ਉਹਦੇ ਵਿੱਚ ਆਈ ਹੋਊਗੀ ਕਿ ਨਹੀਂ ਆਈ ਹੋਊਗੀ ਉਸ ਦਿਨ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਇੱਕ ਹੋਰ ਇੰਟਰਸਟਿੰਗ ਗੱਲ ਕਾਲੇ ਕੱਪੜੇ ਪਾਈਏ ਤੇ ਕੋਸ਼ਿਸ਼ ਕਹਿੰਦੇ ਕਾਲੇ ਕੱਪੜੇ ਕਿਉਂ ਪਾਉਣੇ ਆ ਕਿ ਕਾਲੇ ਕੱਪੜਿਆਂ ਨਾਲ ਮੂਵਮੈਂਟ ਰਾਤ ਦੇ ਵਿੱਚ ਘੱਟ ਵਿਜ਼ੀਬਲ ਹੁੰਦੀ ਹੈ ਤੇ ਇਹਨਾਂ ਨੇ ਪਰਨੇ ਵੀ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਸੀ ਸਿਕਿਉਰਿਟੀ ਗਾਰਡਸ ਨੂੰ ਤੇ 2 ਲੜਕੇ ਜਿਹੜੇ ਕੈਸ਼ ਲੋਡ ਕਰ ਰਹੇ ਸੀ
ਉਹ ਕਹਿੰਦੇ ਜੀ ਸਾਰਿਆਂ ਦੇ ਲਗਭਗ ਕਾਲੇ, ਮਤਲਬ ਇੱਕ ਡਰੈਸ ਨਹੀਂ ਕਿਸੇ ਨੇ ਆਪਦੇ ਜਿਹੜੇ ਲੋਅਰ ਪਾਇਆ ਹੋਇਆ ਕੋਸ਼ਿਸ਼ ਕੀਤੀ ਕਾਲੇ ਵਾਂਗੂ, ਇੱਕ ਜਿਹੜਾ ਮੂੰਹ ਤੇ ਬੰਨਣਾ ਉਹ ਵੀ ਕਾਲੇ ਵਾਂਗੂ, ਇੱਕ ਸਿਰ ਤੇ ਵੀ ਬੰਨਣ ਦਾ ਇਹਨਾਂ ਨੇ ਜਿਹੜੀ ਆਪਦੀ ਡਰੈਸਅਪ ਹੈ ਆਪਦੇ ਵੱਲੋਂ ਆਪਦੀ ਸਮਝ ਮੁਤਾਬਕ ਹੈ ਕਾਲੇ ਰੰਗ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ। ਸਰ ਜਿਹੜੇ ਬੰਦੇ ਫੜੇ ਗਏ ਨੇ ਉਹ ਵਾਰਦਾਤ ਤੋਂ ਬਾਅਦ ਆਫਿਸ ਆਉਂਦੇ ਸੀ ਜਾਂ ਫਰਾਰੀ ਸੀ? ਨਹੀਂ, ਆਫਿਸ ਤਾਂ ਇੱਕੋ ਹੀ ਹੈ ਜੀ, ਮਨਜਿੰਦਰ ਮਣੀ ਹੈ। ਬਾਕੀਆਂ ਦੇ ਆਫਿਸ ਤਾਂ ਜਿਹੜੇ ਆਪਦੇ ਹੁਣ ਤਾਂ ਇਹਨਾਂ ਨੇ ਆਫਿਸ ਖੋਲ੍ਹਣ ਦੀ ਸਕੀਮ ਬਣਾ ਰਹੇ ਸੀ ਵੀ ਕਿੱਥੇ ਕਿੱਥੇ ਆਫਿਸ ਖੋਲ੍ਹਣਾ। ਉਹਨਾਂ ਨੇ ਤਾਂ ਕਈਆਂ ਨੂੰ ਰੋਜ਼ਗਾਰ ਦੇਣ ਦੀ ਸੋਚ ਰਹੇ ਸੀ ਵੀ ਕਿੰਨੇ ਬੰਦੇ ਇੰਪਲਾਈ ਕਰਾਂਗੇ। ਤੇ 10 ਲੋਕ ਜਿਹੜੇ ਜੁੜੇ ਹੋਏ ਸੀ ਆਪਸ ਦੇ ਵਿੱਚ, ਇਹ ਮਿਲਦੇ ਕਿਵੇਂ ਸੀ, ਮਿਲੇ ਕਿਵੇਂ ਸੀ? ਕਿਉਂਕਿ ਮੀਟਿੰਗਸ ਵੀ ਕਹਿੰਦੇ ਇਹਨਾਂ ਦੀਆਂ ਪਹਿਲਾਂ ਹੁੰਦੀਆਂ ਸੀ ਕਿ ਆਪਸ 'ਚ ਕਿਵੇਂ ਜਾਣਕਾਰ ਸੀ? ਦੇਖੋ, ਜਿਹੜੀ ਉਹ ਤਾਂ ਦਸਾਂ ਦੀ ਗੱਲ ਹੀ ਕਲੀਅਰ ਦੇ ਵਿੱਚ ਹੋਣਾ, ਉਹਦੇ ਵਿੱਚ ਇਨੀਸ਼ੀਅਲ ਦੇ ਵਿੱਚ ਜਿਹੜਾ ਇਹਨਾਂ ਦਾ ਜਿਵੇਂ ਕਹਿ ਦਿਓ ਆਪਸੀ ਕਨੈਕਟ ਮਨਜਿੰਦਰ ਮਣੀ ਤੇ ਮੋਨਾ ਜਿਹੜੀ, ਇਹ ਦੋਨੋਂ ਲਿੰਕ ਹਾਂ ਕਰ ਰਹੇ ਸੀ। ਹਾਂ, ਇਹਨਾਂ ਦਾ ਆਪਸੀ ਜਿਹੜਾ ਰਿਲੇਸ਼ਨ, ਉਹ ਰਿਲੇਸ਼ਨ ਦੇ ਵਿੱਚ ਉਹ ਪਣਪਦਾ ਹੋਇਆ ਜਿਹੜਾ ਜੋ ਵੀ ਉਹਦੇ ਇਹਨਾਂ ਦੇ ਆਪਦੇ ਸੰਬੰਧ ਸੀ। ਉਦੋਂ ਬਾਅਦ ਇਹਨਾਂ ਦੀ ਪਲੈਨਿੰਗ ਤੋਂ ਬਾਅਦ ਬੰਦੇ ਇਕੱਠੇ ਕਰਨਾ ਇਹਨਾਂ ਨੇ ਜ਼ਿਆਦਾ ਜ਼ਰੂਰੀ ਸਮਝਿਆ ਕਿ ਬੰਦੇ ਇਕੱਠੇ ਕਰ ਲਈਏ ਤੇ ਉਸ ਢੰਗ ਨਾਲ ਅਸੀਂ ਵਾਰਦਾਤ ਕਰ ਸਰ, ਲਈਏ। ਜਿਵੇਂ ਸੁਰੱਖਿਆ ਦੇ ਮਾਪਦੰਡਾਂ ਤੁਸੀਂ ਦੱਸਿਆ ਕਿ ਜਿਹੜੀ ਕੰਪਨੀ ਸੀ ਸੁਰੱਖਿਆ ਦੇ ਮਾਪਦੰਡ ਦੇ ਨਾਲ ਬਿਲਕੁਲ ਢਿੱਲ ਸੀ, ਤਾਂ ਕੀ ਉਹਨਾਂ ਤੇ ਵੀ ਕੋਈ ਕਾਰਵਾਈ ਕੀਤੀ ਜਾਏਗੀ? ਕਿਉਂਕਿ ਉਹਨਾਂ ਨੇ ਨਹੀਂ, ਇਹਦੇ ਵਿੱਚ ਨਾ ਜੀ, ਇਹਦੇ 'ਚ ਅਸੀਂ ਇੱਕ ਨੋਟ ਬਣਾ ਕੇ ਜੀ ਅੱਜ ਸਵੇਰੇ ਅਸੀਂ ਕੱਲ ਬੈਠ ਕੇ ਸਾਰੇ ਆਫਿਸਰਸ ਨੇ ਇਹਦੇ ਨੋਟ ਬਣਾ ਕੇ ਡੀਜੀ ਪੰਜਾਬ ਸਾਹਿਬ ਨੇ ਸਾਥੋਂ ਮੰਗਾਇਆ ਸੀ ਇੱਕ ਨੋਟ ਸਪੈਸ਼ਲੀ ਕਿ ਇਹਦੇ ਵਿੱਚ ਕੀ ਕੀ ਕਮੀਆਂ ਜਿਹੜੀਆਂ ਕਿ ਬਾਕੀ ਸਾਰੇ ਪੰਜਾਬ ਨੂੰ ਅਲਰਟ ਉਹ ਆਫਿਸਰ ਨੂੰ ਕਰ ਦਿੱਤਾ ਜਾਵੇ। ਅਸੀਂ ਸਵੇਰੇ ਨੋਟ ਉਹ ਸਾਂਝਾ ਕਰ ਲਿਆ। ਡੀਜੀਪੀ ਸਾਹਿਬ ਨੇ ਬਾਕੀ ਸਾਰੇ ਡਿਸਟ੍ਰਿਕਟ ਚੀਫਸ ਦੇ ਨਾਲ ਵੀ ਉਹ ਨੋਟ ਸਾਂਝਾ ਕਰ ਲਿਆ। ਉਹਦੇ ਵਿੱਚ ਹੈ ਵੀ ਜਿਹੜੀਆਂ ਕਮੀਆਂ ਇੱਥੇ ਪਾਈਆਂ ਗਈਆਂ ਉਹਨਾਂ ਵੱਲੋਂ ਹਦਾਇਤ ਦਿੱਤੀ ਗਈ ਆ ਆਫਿਸਰ ਸਾਰਿਆਂ ਨੂੰ ਵੀ ਆਪਦੇ ਐਸਐਸਪੀ ਸਬਾਨ ਹੈ ਜਿਹੜੇ ਡਿਸਟ੍ਰਿਕਟਸ ਦੇ, ਉਹ ਆਪਦੇ ਜਿੱਥੇ ਹਿਊਜ ਕੈਸ਼ ਜਿੱਥੇ ਉਹ ਹੁੰਦਾ ਉਹਨਾਂ ਨਾਲ ਇਹ ਤਾਲਮੇਲ ਕਰਕੇ ਉਹ ਕੋਸ਼ਿਸ਼ ਉਹ ਕਰ ਲੈਣ ਕਿ ਉਹਨਾਂ ਦਾ ਸਿਸਟਮ ਕਿਵੇਂ ਇੰਪਰੂਵ ਕੀਤਾ ਜਾ ਸਕਦਾ ਕਿ ਸੋ ਦੈਟ ਕਿ ਇਹੋ ਜਿਹੀ ਕਰ ਆਲ ਆਫ ਸਡਨ ਕਈ ਚੀਜ਼ਾਂ ਚੱਲ ਰਹੀਆਂ ਹੁੰਦੀਆਂ, ਕਈ ਚੀਜ਼ਾਂ 'ਚ ਇੰਪਰੂਵਮੈਂਟ ਕਰਨੀ ਹੁੰਦੀ ਹੈ, ਪਰ ਜਿਹੜੀ ਇੰਪਰੂਵਮੈਂਟ ਕਰਨੀ ਹੁੰਦੀ ਹੈ ਸਮਟਾਈਮਸ ਇਟ ਟੇਕ ਉਹਦਾ। ਪਰ ਡੀਜੀ ਪੰਜਾਬ ਵੱਲੋਂ ਇਸ ਗੱਲ ਨੂੰ ਬਹੁਤ ਹੀ ਸੀਰੀਅਸ ਲੈਵਲ ਤੇ ਲੈ ਕੇ ਉਹਨਾਂ ਨੇ ਸਾਡੀ ਡਿਊਟੀ ਲਾਈ ਸੀ। ਕੱਲ ਸਾਰੇ ਆਫਿਸਰ ਲੇਟ ਜਦੋਂ ਸਾਰਾ ਕੰਮ ਨਿਬੜ ਗਿਆ, ਸਾਰੇ ਆਫਿਸਰ ਨੇ ਡਿਟੇਲ ਬਹਿ ਕੇ ਜੋ ਅਸੀਂ ਅਬਜ਼ਰਵ ਕੀਤਾ ਉਹ ਅਸੀਂ ਨੋਟ ਸ਼ੇਅਰ ਕੀਤਾ ਤੇ ਡੀਜੀ ਪੰਜਾਬ ਨੇ ਸਾਰੇ ਐਸਐਸਪੀਜ਼ ਨਾਲ ਉਹ ਇਨਫੋਰਮੇਸ਼ਨ ਸਾਂਝੀ ਕਰਤੀ ਵੀ ਇਹ ਚੈੱਕ ਕਰਕੇ ਇਹਦੇ ਵਿੱਚ ਆਪਦੇ ਮੁਤਾਬਕ ਹੋਰ ਜੋ ਤੁਸੀਂ ਐਡ ਕਰਨਾ ਚਾਹੁੰਦੇ ਹੋ ਉਹ ਐਡ ਕਰਕੇ ਤੇ ਕੋਸ਼ਿਸ਼ ਕਰੋ ਜਿੱਥੇ ਹਿਊਜ ਟ੍ਰਾਂਜੈਕਸ਼ਨਸ ਹੋ ਰਹੀਆਂ ਵੀ ਉਹ ਕੋਈ ਇਹੋ ਜਿਹੀ ਵਾਰਦਾਤ ਜਾਂ ਉਹਨਾਂ ਦੀ ਜਿਹੜੀ ਮੈਨੇਜਮੈਂਟ ਲਾਪਰਵਾਹੀ ਤੇ ਅਣਗਹਿਲੀ ਕਰ ਰਹੀ ਹੈ ਉਹਨਾਂ ਨੂੰ ਪੁੱਲ ਅਪ ਵੀ ਕਰੋ ਤੇ ਉਹਨਾਂ ਨੂੰ ਸਮਝਾਓ ਵੀ ਤੇ ਉਹਨਾਂ ਨੂੰ ਕਹੋ ਵੀ ਆਪਦੇ ਸਿਸਟਮਸ ਨੂੰ ਅਪਗ੍ਰੇਡ ਕਰਨ, ਕਿਉਂਕਿ ਇਹ ਮਾਮਲਾ ਇਹ ਨਹੀਂ ਹੈਗਾ ਗਾ ਵੀ ਕਿਸੇ ਦਾ ਕੈਸ਼ ਲੁੱਟਿਆ ਗਿਆ। ਤੁਸੀਂ ਦੇਖੋ ਇਹਨਾਂ ਨੇ ਤਾਂ ਇੱਕ ਲਿਖਾਤਾ ਸਾਨੂੰ ਵੀ ਸਾਡਾ ਜੀ 8 ਕਰੋੜ 49 ਲੱਖ ਲਿਖਿਆ ਗਿਆ, ਤੇ ਜੇ ਦੇਖਿਆ ਜਾਵੇ ਤਾਂ ਪੰਜਾਬ ਪੁਲਿਸ ਦਾ ਇਹਦੇ 'ਚ ਮੈਨੂੰ ਲੱਗਦਾ ਲਗਭਗ ਅਜੇ ਕੋਈ ਕੱਢਿਆ ਨਹੀਂ। ਮੈਨ ਆਵਰਸ ਤੇ ਲਗਭਗ ਕਰੋੜ ਰੁਪਏ ਦਾ ਸਾਡਾ ਇਸ 'ਚ ਖਰਚ ਹੋ ਗਿਆ ਹੋਣਾ, ਮਤਲਬ ਜਿਹੜਾ ਤੇਲ ਤੇ ਉਹਨਾਂ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਤੇ ਹੋਰ ਤੇ ਕੋਈ ਇਹਦੇ 'ਚ ਕੋਈ ਉਹ ਨਹੀਂ ਕੀਤਾ। ਬਟ ਇੱਕ ਕੰਪਨੀ ਦਾ ਤਮਾਸ਼ਾ ਇੱਕ ਨਿੱਜੀ ਪੈਸੇ ਲਈ ਉਹ ਕਰਨਾ ਤੇ 40 ਲੱਖ ਦੀ ਸਾਡੀ ਜਵਾਬਦੇਹੀ ਹੈ ਇੱਥੇ ਜਿਹੜੇ ਲੁਧਿਆਣਾ ਪੁਲਿਸ। ਅਸੀਂ ਇੱਕ ਕੰਪਨੀ ਦੇ ਮੁਲਾਜ਼ਮ ਥੋੜੀ, ਅਸੀਂ ਪਿਛਲੇ 4 ਦਿਨਾਂ ਤੋਂ ਇੱਕ ਕੰਪਨੀ ਦੀ ਅਣਗਹਿਲੀ ਕਾਰਨ ਇੱਕ ਕੰਪਨੀ ਦੇ ਮੁਲਾਜ਼ਮ ਬਣ ਕੇ ਰਹਿ ਗਏ, ਜਦ ਕਿ 40 ਲੱਖ ਲੋਕਾਂ ਜਿਹੜੇ ਅਫਸਰਾਂ ਨੂੰ ਲਾਇਆ ਹੋਇਆ। ਬਹੁਤ ਸਾਰੇ ਲੋਕ ਆ ਆਪਦੀਆਂ ਦਰਖਾਸਤਾਂ ਲਈ ਉਹਨਾਂ ਕੋਲੇ ਜਾਂਦੇ ਆ, ਕਈਆਂ ਦੇ ਆਪਦੇ ਨਿੱਜੀ ਰੌਲੇ ਆ ਉਹਦੇ ਲਈ ਜਾਂਦੇ ਆ, ਤੇ ਅਫਸਰ ਅਸੀਂ ਇੱਕ ਕੰਮ ਕਰਕੇ ਇੱਕ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮ ਬਣ ਕੇ ਰਹਿ ਗਏ, ਜਿਹੜੀ ਸਭ ਤੋਂ ਦੁਖਦਾਈ ਗੱਲ ਹੈ। ਇਹ ਬੰਦਿਆਂ ਨੂੰ ਜਿੰਨਾ ਚਿਰ ਆਪਦੇ ਕੈਸ਼ ਨੂੰ ਤੁਸੀਂ ਸੰਭਾਲੋ ਨਹੀਂਗੇ, ਅਸੀਂ ਸਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ, ਅਸੀਂ ਉਸ ਜ਼ਿੰਮੇਵਾਰੀ ਤੋਂ ਨਹੀਂ ਭੱਜਦੇ, ਪਰ ਸਾਡੀ ਜ਼ਿੰਮੇਵਾਰੀ ਕਿਸੇ ਦੀ ਬੇਵਕੂਫੀ ਕਾਰਨ ਕ੍ਰਾਈਮ ਹੋ ਰਿਹਾ ਉਹਦੇ ਨਾਲ 40 ਲੱਖ ਲੋਕਾਂ ਦੀ ਜਿਹੜੇ ਇੱਥੇ ਵਸੋਂ ਹੈ ਉਹਨਾਂ ਦੀ ਵੀ ਬਰਾਬਰ ਜ਼ਿੰਮੇਵਾਰੀ ਹੈ। ਇਹ ਕੋਈ ਇਸ ਕਰਕੇ ਨਹੀਂ ਗਾ ਵੀ ਜਿਹਦੇ ਕਿ ਕਰੋੜਾਂ ਪਤੀ ਹੈ ਤੇ ਕਰੋੜਾਂ ਦੇ ਜਿਹਦੇ ਖਜ਼ਾਨੇ ਭਰੇ ਪਏ ਆ ਉਹਨਾਂ ਲਈ ਪੁਲਿਸ ਹੈ, ਪਰ ਜਦੋਂ ਕ੍ਰਾਈਮ ਹੋ ਜਾਂਦਾ ਸੈਂਸੇਸ਼ਨਲ ਤੇ ਉਹ ਸਾਰੇ ਰਿਸੋਰਸਿਸ ਸਾਰੇ ਮੈਨ ਆਰ ਪਿਛਲੇ ਕਿੰਨੇ ਦਿਨਾਂ ਤੋਂ ਮੈਂ ਸੋਚਦਾ ਵੀ ਕਿੰਨਾ ਜਿਹੜਾ ਮੇਰਾ ਕੰਮ ਸਫਰ ਕੀਤਾ, ਜਿਹੜੇ ਆਫਸਰ ਇਨਵੋਲਵ ਕੀਤੇ ਆ, ਜਿਹੜੀਆਂ ਸਾਡੀਆਂ ਟੀਮਾਂ ਹੁਣ ਗਈਆਂ ਵੀਆਂ ਕਿੱਥੋਂ ਤੱਕ ਉਹ ਗਈਆਂ ਵੀਆਂ, ਕਿਵੇਂ ਰਾਤਾਂ ਨੂੰ ਜਾਗ ਕੇ ਟਰੈਵਲ ਕਰ ਰਹੇ ਆ ਉਹ ਕਰ ਰਹੇ ਆ, ਤੇ ਉਹ ਸਾਰਾ ਕੁਝ ਉਹ ਸਟੇਟ ਨੂੰ ਕਿਵੇਂ ਬਲੀਡ ਕਰਦਾ। ਇੱਕ ਇਹ ਪੈਸਾ ਇਹ ਨਹੀਂ ਵੀ ਇਹ ਪੈਸਾ ਹੋ ਗਿਆ, ਇਹ ਰਿਸੋਰਸਿਸ ਨੂੰ ਬਲੀਡ ਕਰਤਾ, ਇੱਕ ਇਹ ਬੇਸਮਝੀ ਦੇ ਕਾਰਨ ਉਹ ਕੀਤਾ। ਇਸ ਕਰਕੇ ਇਹਨੂੰ ਬੜਾ ਸੀਰੀਅਸਲੀ ਲੈ ਕੇ ਜਾ ਰਹੇ ਆ, ਬੜਾ ਲੌਜੀਕਲ ਇਹਨੂੰ ਅਸੀਂ ਕਨਕਲੂਜਨ ਲਵਾਂਗੇ। ਬਟ ਇਹਦਾ ਆਲ ਕ੍ਰੈਡਿਟ ਟੂ ਮਾਈ ਟੀਮ
ਸਰ ਇਹ ਅਜੇ ਤੱਕ ਦੀ ਪੁੱਛਗਿੱਛ ਤੇ ਪਤਾ ਲੱਗਿਆ ਕੋਈ ਇਹਨਾਂ ਦਾ ਹੋਰ ਵੀ ਕੋਈ ਪੂਰਾ ਦੱਸਾਂਗੇ ਜੀ। ਜਿਹੜੀ ਕੰਪਨੀ ਆ ਉਹਦੇ ਤੇ ਕੋਈ ਸ਼ੱਕ ਦੀ ਨਿਕਲ ਜਾਂਦੀ ਕੋਈ ਹੋਰ ਬੰਦੇ ਸੇ ਮੁੱਕਦੀ ਗੱਲ ਜੀ, ਸਭ ਫੜੇ ਜਾਣਗੇ। ਸਰ ਇੱਕ ਵਾਰ ਸਰ ਲਾਸਟ ਟਾਈਮ ਦੱਸੋ ਕਿੰਨੇ ਪਕੜੇ ਜਾ ਚੁੱਕੇ ਨੇ ਔਰ ਕਿੰਨੇ ਫਰਾਰ ਨੇ ਪਲੀਜ਼ ਹਾਂਜੀ ਹੁਣ ਤੱਕ ਕਿੰਨੇ ਪਕੜੇ ਜਾ ਚੁੱਕੇ ਨੇ ਕਿੰਨੇ ਫਰਾਰ ਹਜੇ ਜਿਹੜੇ 6 ਫੜੇ ਜਾ ਚੁੱਕੇ ਹੈ, 10 ਵਾਰਦਾਤ ਚ ਇਨਵੋਲਵ ਸੀ, ਇੱਕ ਨੇ ਸਪੋਰਟ ਕੀਤੀ ਸੀ, ਮਿਲਾ ਕੇ ਬਣ ਗਏ 11। ਤੇ ਹਜੇ ਮੇਰੀ ਸਮਝ ਮੁਤਾਬਕ ਜਦ ਤੱਕ ਫੜੇ ਨਹੀਂ ਜਾਂਦੇ ਮੈਂ ਕੋਈ ਡੈਡਲਾਈਨ ਨਹੀਂ ਕਹਿ ਸਕਦਾ। ਹਜੇ ਤੱਕ ਇਹ ਵੀ ਫਿਰ ਇਹ ਦੇਖਿਆ ਜਾਊਗਾ ਜੇ ਇਹਦੀ ਮਨਦੀਪ ਦੇ ਮਾਪੇ ਤੇ ਉਹਨਾਂ ਨੂੰ ਪਤਾ ਸੀ ਕਿ ਨਹੀਂ ਪਤਾ ਸੀ, ਤੇ ਅਸੀਂ ਉਹਨਾਂ ਨੂੰ ਵੀ ਸਮਝ ਆਉਣੀ ਚਾਹੀਦੀ ਹੈ ਵੀ ਉਸ ਲੈਵਲ ਤੇ ਉਹ ਵੀ ਆਪਦੇ ਸਮਝਾ ਲੈਣ, ਤੇ ਜਿਹੜੇ ਘਰੇ ਵਿਆਹੀ ਸੀ ਬਰਨਾਲੇ ਦੇ ਵਿੱਚ ਉਸ ਪਰਿਵਾਰ ਨੂੰ ਵੀ ਸਮਝਣਾ ਚਾਹੀਦਾ। ਅਸੀਂ ਕਿਸੇ ਦੇ ਫੈਮਿਲੀ ਨੂੰ ਹਰਾਸ ਨਹੀਂ ਕਰਨਾ ਚਾਹੁੰਦੇ, ਪਰ ਨਾਲ ਜੇ ਇਹ ਗੱਲ ਆਊਗੀ ਤੇ ਜੇ ਬੰਦੇ ਸਾਡੇ ਐਵੇਂ ਖੱਜਲ ਖੁਆਰੀ ਚੱਲੀ ਜਾਊਗੀ ਤੇ ਹੋ ਸਕਦਾ ਉਹਨਾਂ ਦੇ ਖਿਲਾਫ ਜਿਨ੍ਹਾਂ ਨੂੰ ਇਹ ਗੱਲਾਂ ਇਹਨਾਂ ਦੀਆਂ ਪਤਾ ਸੀ ਤੇ ਅਸੀਂ ਉਸ ਮੁਕੱਦਮੇ ਦੇ ਵਿੱਚ ਕਿਤੇ ਉਹਨਾਂ ਦੀ ਅਰੈਸਟ ਨਾ ਪਾਉਣੀ ਪੈ ਜੇ। ਸਾਡਾ ਹਜੇ ਮਕਸਦ ਨਹੀਂ ਹੈਗਾ ਕਿਉਂਕਿ ਵਿਜ਼ੀਬਲ ਨਹੀਂ ਆਏਗੀ, ਪਰ ਜੇ ਉਹਨਾਂ ਦੀ ਨੌਲੇਜ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਵਿੱਚ ਇਹ ਹੋਇਆ ਵੀ ਇਹ ਗੱਲ ਹੋਈ ਹੈ ਤੇ ਜੇ ਉਹ ਸਾਡੇ ਤੋਂ ਜਿੰਨਾ ਚਿਰ ਕਾਨੂੰਨ ਤੋਂ ਭੱਜੇ ਰਹਿਣਗੇ ਤੇ ਪੁਲਿਸ ਦੇ ਟਾਈਮ ਵੇਸਟ ਕਰਾਉਣਗੇ ਤੇ ਉਹ ਫਿਰ ਉਹਦਾ ਪਰਿਵਾਰਾਂ ਨੂੰ ਵੀ ਉਵੇਂ ਭੁਗਤਣਾ ਪਊਗਾ। ਇਹ ਤੁਹਾਨੂੰ ਦੋਨੋਂ ਪਰਿਵਾਰ ਸਪੋਰਟ ਵੀ ਕਰ ਸੈਪਟਿਕ ਟੈਂਕ ਦੀ ਅਗਰ ਤੁਸੀਂ ਦਿਖਾ ਦਿਓ ਕੈਮਰੇ 'ਚ ਮੋਬਾਈਲ ਨਹੀਂ ਇਹਦੇ ਤੋਂ ਕੈਮਰੇ ਨਾਲ ਹੋਣੀ ਨਹੀਂ ਗੀ। ਨਹੀਂ ਮੈਂ ਹੁਣੇ ਹੀ ਤੁਹਾਨੂੰ ਮੀਡੀਆ ਸੈੱਲ 'ਚ ਪਾ ਕੇ ਨਾ ਜੀ ਇੱਕ ਹੋਰ ਬੜੀ ਇੰਪੋਰਟੈਂਟ ਹੈ ਗੱਲ, ਪਲੀਜ਼ ਇਹਨਾਂ ਅਫਸਰ ਨੂੰ ਸਪੇਅਰ ਕਰੀਏ, ਮੈਂ ਤੁਹਾਡੇ ਨਾਲ ਉਹਨਾਂ ਚੱਕਰ ਹੋਰ ਕਰਦਾ। ਇਨ ਮੀਨ ਟਾਈਮ ਤੁਸੀਂ ਮੀਡੀਆ ਉਹਦੇ 'ਚੋਂ ਦੇਖ ਕੇ ਸਭ ਤੋਂ ਇੰਟਰਸਟਿੰਗ ਹੈ ਤੁਸੀਂ ਦੇਖੋਗੇ ਪੁਲਿਸ ਨੇ ਮਤਲਬ ਇਹਨਾਂ ਨੇ ਤਾਂ ਸਾਨੂੰ ਉਹਦੇ 'ਚ ਸਿਵਰਾਂ ਤੱਕ ਤਾਂ ਵਾੜਤਾ ਇਹਨਾਂ ਨੇ, ਹੋਰ ਕੀ ਕਰਨਾ ਕੰਪਨੀ ਦੀ ਬੇਕੂਫੀ ਦੇ ਨਾਲ। ਜਿੱਥੋਂ ਉਹਦੇ ਪੁਲਿਸ ਦਾ ਕੰਮ ਵੀ ਆਰ ਨਾਟ ਅ ਸਿਵਰਮੈਨ ਕਿ ਜਿਹੜੇ ਉੱਥੋਂ ਉਹਦੇ 'ਚ ਸੈਪਟਿਕ ਟੈਂਕਾਂ ਦੇ ਵਿੱਚੋਂ ਵੜ ਕੇ ਸਾਡੇ ਅਫਸਰ ਉਹਨੂੰ ਕੱਢ ਰਹੇ। ਜਸਟ ਇਮੈਜਿਨ ਕਿ ਪੁਲਿਸ ਕਿੰਨਾ ਜੀ ਜਾਨ ਲਾਉਂਦੀ, ਉੱਥੋਂ ਤੁਸੀਂ ਇਮੈਜਿਨ ਕਰੂਗਾ ਵੀ ਸਾਡਾ ਹੈ ਵੀ ਇੱਕ ਕੈਸ਼ ਹੈ ਜਿਹੜਾ ਅਕਾਊਂਟਡ ਫੋਰ ਕਰੀਏ। ਥੈਂਕ ਯੂ ਜੀ। ਆਪਾਂ ਬਾਕੀ ਕਾਨਫਰੰਸ ਹੋ ਰਿਹਾ ਹਾਂ ਇੱਕ ਕਾਨਫਰੰਸ ਹੋ ਰਿਹਾ ਜੀ, ਪਲੀਜ਼ ਤੁਸੀਂ ਵੀ ਇੱਕ ਵਾਰੀ ਰੈਸਟ ਕਰੋ ਇਹਨੂੰ, ਆਪਦੇ ਕੈਮਰਿਆਂ ਨੂੰ ਵਿਸ਼ਰਾਮ ਕੀ ਕਹਿੰਦੇ ਹੁੰਦੇ